A very good evening to everybody. God bless you all, and thank you so much to be with us in this video. ਅੱਜ ਅਸੀਂ ਗੱਲ ਕਰਾਂਗੇ ਜੀਰੀਆਟ੍ਰਿਕ ਪੋਪੂਲੇਸ਼ਨ ਬਾਰੇ। ਤੁਸੀਂ ਸਮਝਦੇ ਹੋ ਇਸ ਚੀਜ਼ ਨੂੰ, ਆਪਾਂ ਬਜ਼ੁਰਗਾਂ ਬਾਰੇ ਗੱਲ ਕਰਾਂਗੇ। ਜੀਰੀਆਟ੍ਰਿਕ ਪੋਪੂਲੇਸ਼ਨ ਮੀਨਸ ਬਜ਼ੁਰਗਾਂ ਬਾਰੇ, ਸਾਡੇ ਜਿਹੜੇ ਬਜ਼ੁਰਗ ਲੋਕੀ ਆ। ਅੱਜ ਕੱਲ੍ਹ ਮੈਂ ਕਈ ਵਾਰੀ ਦੇਖਿਆ ਜਾਂਦੇ ਹੋਏ ਆਉਂਦੇ ਹੋਏ ਗਲੀਆਂ 'ਚ ਕਿ ਆਪਾਂ ਬਹੁਤ ਜ਼ਿਆਦਾ ਕੇਅਰਫੁਲ ਹੋ ਗਏ ਆਪਣੇ ਬਜ਼ੁਰਗਾਂ ਨੂੰ ਲੈ ਕੇ। ਜਿੱਦਾਂ ਆਪਾਂ ਉਹਨਾਂ ਦੀ ਸੇਵਾ ਕਰਨਾ ਚਾਹੁੰਦੇ ਹਾਂ, ਪਰ ਰਿਸਰਚ ਕੀ ਕਹਿੰਦੀ ਹੈ, ਸਾਇੰਸ ਕੀ ਕਹਿੰਦੀ ਹੈ, ਆਪਣੀ ਬੋਡੀ ਕੀ ਕਹਿੰਦੀ ਹੈ, ਫਿਜ਼ੀਓਲੋਜੀ ਕੀ ਕਹਿੰਦੀ ਹੈ ਕਿ ਕਿਸ ਟਾਈਪ ਦੀ ਸੇਵਾ ਸਾਨੂੰ ਬਜ਼ੁਰਗਾਂ ਦੀ ਕਰਨੀ ਚਾਹੀਦੀ ਹੈ। ਦੇਰ ਇਜ਼ ਅ ਲੋਟ ਆਫ ਡਿਫਰੈਂਸਿਸ ਇਨ ਦੈਟ, ਦ ਵੇ ਵੀ ਯੂਜ਼ ਟੂ ਸਰਵ ਆਰ ਜੀਰੀਆਟ੍ਰਿਕ ਪੋਪੂਲੇਸ਼ਨ ਐਂਡ ਦ ਵੇ ਸਾਇੰਸ ਵਾਂਟਸ ਅਸ ਟੂ ਸਰਵ। ऑलराइट, सो मेरे को कुछ रिसर्च है, मैं तुहानू पढ़ के सुनाना। पहली रिसर्च, फिजिकल एक्टिविटीज़ मेडिसिन फॉर ओल्डर एडल्ट्स। ऑलराइट, सो ये जिहड़ी रिसर्च है वो टेलर ने की सी, डेनिस टेलर ने। ये रिजल्ट की आया मैं तुहानू दसदा। लो लेवल्स ऑफ फिजिकल एक्टिविटी आर एसोसीएटेड विद एन इनक्रीज्ड रिस्क ऑफ मोर्टिलिटी इन पीपल ओवर द एज ऑफ 65 ईयर्स। ये कहने का मतलब ये है, ਜਿਹੜੇ ਬਜ਼ੁਰਗ ਐਕਸਰਸਾਈਜ਼ ਨਹੀਂ ਕਰਦੇ, ਫਿਜ਼ੀਕਲ ਐਕਟੀਵਿਟੀ ਨਹੀਂ ਕਰਦੇ, ਬਸ ਬੈਠੇ ਰਹਿੰਦੇ ਆ ਉਸੇ ਬੈੱਡ ਦੇ ਉੱਤੇ, ਉਹਨਾਂ ਨੂੰ ਲੰਚ ਆ ਜਾਂਦਾ, ਡਿਨਰ ਆ ਜਾਂਦਾ, ਬ੍ਰੇਕਫਾਸਟ ਆ ਜਾਂਦਾ, ਬਸ ਵਾਸ਼ਰੂਮ ਟੂ ਬੈੱਡ, ਬੈੱਡ ਟੂ ਵਾਸ਼ਰੂਮ, ਜਾਂ ਕਦੀ ਬਾਹਰ ਬਹਿ ਜਾਂਦੇ ਆ। ਇਟ ਇਜ਼ ਡੇਂਜਰਸ ਫॉर देयर ਹੈਲਥ। ਦੈਟ ਮੀਨਸ ਵੀ ਨੀਡ ਟੂ ਡੂ ਸਮ ਫਿਜ਼ੀਕਲ ਐਕਸਰਸਾਈਜ਼। ਮੋਰਓਵਰ ਇੱਕ ਹੋਰ ਜਿਹੜਾ टॉपिक उन्होंने डिस्कस किया, देयर इज़ सम सपोर्ट फॉर इंप्रूवमेंट इन हेल्थ फॉर पीपल विद कोगनेटिव डेफिसिट्स हू रेगुलरली अचीव मॉडरेट लैवल्स ऑफ एक्सरसाइज। ਤੁਸੀਂ ਦੇਖਿਆ ਹੋਣਾ ਜਿਹੜੇ ਮੇਰੇ ਬਜ਼ੁਰਗ ਹੈਗੇ ਆ ਤੁਹਾਡੇ ਘਰ ਦੇ ਵਿੱਚ ਜਾਂ ਆਸ ਪੜੋਸ ਦੇ ਵਿੱਚ, ਜਿੱਦਾਂ ਏਜ ਵੱਧਦੀ ਜਾਂਦੀ ਹੈ ਉਹਨਾਂ ਦਾ ਬ੍ਰੇਨ ਲੈਵਲ ਐਫੀਸ਼ੀਐਂਸੀ ਘੱਟ ਹੋ ਜਾਂਦੀ ਹੈ, ਕੋਗਨੇਟਿਵ ਫੰਕਸ਼ਨਸ ਜਿਹੜੇ ਬ੍ਰੇਨ ਦੇ ਉਹ ਘੱਟ ਹੋ ਜਾਂਦੇ ਆ, ਮੈਮਰੀ ਇੰਪੇਅਰ ਹੋਣ ਲੱਗ ਪੈਂਦੀ ਹੈ। ਉਹ ਕਿਉਂ ਹੁੰਦਾ? ਕਿਉਂਕਿ ਸਾਡਾ ਜਿਹੜਾ ਡੋਪਾਮਾइन ਲੈਵਲ ਹੈ ਬ੍ਰੇਨ ਦਾ ਉਹ ਬਹੁਤ ਹੀ ਜ਼ਿਆਦਾ ਲੋ ਚਲਾ ਜਾਂਦਾ। ਡੋਪਾਮਾइन ਉਦੋਂ ਹੀ ਵੱਧਦਾ ਕਿਸੇ ਵੀ ਇਨਸਾਨ ਦੀ ਗੱਲ ਕਰੀਏ, ਵੈਦਰ ਹੀ ਇਜ਼ ਇਨ ਹਿਸ ਟੀਨਏਜ ਔਰ ਵੈਦਰ ਹੀ ਇਜ਼ ਇਨ ਸਕੂਲ ਬॉय ਏਜ। ਔਰ ਵਿਲੀਅਮ ਸ਼ੇਕਸਪੀਅਰ ਦੇ ਬਾਰੇ ਤੁਹਾਨੂੰ ਪਤਾ ਹੋਣਾ, ਦੇਰ ਆਰ 7 ਏਜਸ ਆਫ ਆਰ ਲਾਈਫ। ਪੂਰੀ ਨਹੀਂ ਦੱਸਾਂਗਾ, ਪਰ ਇਟ ਐਂਡਸ ਵਿਦ, ਜਿਹੜੀ ਉਹਨੇ ਪੋਇਮ ਲਿਖੀ ਸੀ 7 ਏਜਸ, ਇਟ ਐਂਡਸ ਵਿਦ ਡੈਟ ਜਿਹੜੀ ਬਜ਼ੁਰਗੀ ਏਜ ਹੈ ਉਹ ਸੈਕਿੰਡ ਚਾਈਲਡਿਸ਼ਨੈਸ ਹੈ। ਉਹ ਸੈਕਿੰਡ ਚਾਈਲਡ ਦੀ ਸਟੇਜ 'ਤੇ ਪਹੁੰਚ ਜਾਂਦਾ ਹੁੰਦਾ ਜਦੋਂ ਬਜ਼ੁਰਗੀ ਹਾਲਤ ਦੇ ਵਿੱਚ ਹੋਵੇ। ਤੁਸੀਂ ਇਮੈਜਿਨ ਕਰੋ, ਜੇ ਤੁਹਾਡੇ ਕੋਈ ਬੇਬੀ ਹੈਗਾ ਘਰ ਦੇ ਵਿੱਚ, ਤੁਸੀਂ ਉਹਨੂੰ ਹਿੱਲਣ ਹੀ ਨਾ ਦੇਵੋ, ਤੁਸੀਂ ਕਹੋ ਕਿ ਨਹੀਂ ਜੀ ਤੂੰ ਨਹੀਂ ਹਿੱਲਣਾ, ਤੂੰ ਡਿੱਗ ਪੈਣਾ, ਤੂੰ ਚੱਲਣਾ ਨਹੀਂ, ਤੂੰ ਡਿੱਗ ਪੈਣਾ, ਬਸ ਉਨੀ ਦੇਰ ਹੀ ਚੱਲਣਾ ਜਿੰਨੀ ਦੇਰ ਅਸੀਂ ਤੇਰੇ ਨਾਲ ਹਾਂ। ਹਾਂਜੀ, ਫੈਡਅਪ ਹੋ ਜਾਊਗਾ ਚਾਈਲਡ ਜਦੋਂ ਇੱਦਾਂ ਦੀ ਸਿਚੁਏਸ਼ਨ ਉਹਦੇ ਉੱਤੇ ਰੱਖ ਦਈਏ। ਠੀਕ ਹੈ, ਤੁਸੀਂ ਕਿਸੇ ਦੇ ਉੱਤੇ ਲਿਮਿਟੇਸ਼ਨ ਲਾ ਦਿਓ ਕਿ ਨਹੀਂ ਤੂੰ ਇੰਨੀ ਦੇਰ ਹੀ ਚੱਲਣਾ ਆ, ਤੂੰ 5 ਮਿੰਟ ਵੋਕ ਕਰਨੀ ਆ, ਤੂੰ ਇਸ ਤੋਂ ਜ਼ਿਆਦਾ ਨਹੀਂ ਚੱਲਣਾ, ਨਹੀਂ ਤਾਂ ਤੂੰ ਡਿੱਗ ਪੈਣਾ ਆ, ਤੂੰ ਉੱਥੇ ਨਹੀਂ ਜਾਣਾ ਇੱਥੇ। ਸੋ ਹੀ ਵਿਲ ਗੈਟ ਫੈਡ ਅਪ। ਸੇਮ ਜਿਹੜਾ ਕੇਸ ਹੈ ਉਹ ਬਜ਼ੁਰਗਾਂ ਦੇ ਵਿੱਚ, ਉਸ ਤੋਂ ਬਾਅਦ ਹੀ ਜਿਹੜੀ ਮੈਂਟਲ ਪ੍ਰੋਬਲਮਸ ਹੈ ਉਹ ਸਟਾਰਟ ਹੁੰਦੀ ਹੈ। ਮੈਂਟਲ ਐਫੀਸ਼ੀਐਂਸੀ ਪੇਸ਼ੈਂਟ ਦੀ ਲੋ ਹੋ ਜਾਂਦੀ ਹੈ। ਹੀ ਸਟਾਰਟ ਫੀਲਿੰਗ ਲੋਨਲੀ ਕਿ ਮੈਨੂੰ ਤਾਂ ਕੁਛ ਕਰਨ ਨਹੀਂ ਦਿੱਤਾ ਜਾ ਰਿਹਾ, ਮੈਂ ਆਪਣੀ ਫੈਮਿਲੀ ਦੇ ਨਾਲ ਟਾਈਮ ਸਪੈਂਡ ਕਰਨਾ ਚਾਹ ਰਿਹਾ, ਪਰ ਇਹ ਮੈਨੂੰ ਕੋਨੇ ਦੇ ਵਿੱਚ ਬਿਠਾ ਦਿੰਦੇ ਆ। ਹਾਂਜੀ, ਸਮਝਦੇ ਮੇਰੀ ਗੱਲ ਨੂੰ? ਤਾਂ ਜਿਹੜਾ ਡੋਪਾਮਾइन ਜਿਹੜਾ ਘੱਟ ਹੁੰਦਾ, ਇਟ ਵਿਲ ਲੀਡ ਟੂ ਡਿਪਰੈਸ਼ਨ। ਡੋਪਾਮਾइन ਲੈਵਲ ਘੱਟ ਹੋਣ ਦੀ ਵਜ੍ਹਾ ਨਾਲ ਹੀ ਡਿਪਰੈਸ਼ਨ ਹੁੰਦਾ ਹੈ। ਹਾਂਜੀ, ਉਸ ਤੋਂ ਬਾਅਦ ਨਿਊਰੋਲੋਜੀਕਲ ਡਿਸਆਰਡਰਸ ਹੋ ਸਕਦੇ ਆ, ਪੇਸ਼ੈਂਟ ਦੇ ਮਸਲਸ ਵੀਕ ਹੋ ਸਕਦੇ ਆ, ਡਿੱਗਣ ਦੀ ਟੈਂਡੈਂਸੀ ਵੱਧ ਸਕਦੀ ਹੈ। ਡਿੱਗਣ ਤੋਂ ਜ਼ਿਆਦਾ ਮੈਂ ਤੁਹਾਨੂੰ ਨਾਲ ਇੱਕ ਹੋਰ ਪੁਆਇੰਟ ਕਲੀਅਰ ਕਰਨਾ ਚਾਹਾਂਗਾ ਕਿ ਜ਼ਿਆਦਾ ਬਜ਼ੁਰਗ ਡਿੱਗਦੇ ਕਿਉਂ ਆ। ਸਭ ਤੋਂ ਪਹਿਲਾਂ ਉਹਨਾਂ ਦੀ ਬੋਨਸ ਤਾਂ ਆਲਰੇਡੀ ਵੀਕ ਹੁੰਦੀ ਹੈ ਨਾ, ਵਿਟਾਮਿਨ ਡੀ, ਕੈਲਸ਼ੀਅਮ, ਇਹ ਸਾਰਾ ਕੁਛ ਘੱਟ ਤਾਂ ਹੁੰਦਾ ਹੀ ਆ ਬਜ਼ੁਰਗਾਂ ਦੇ ਵਿੱਚ। ਪਰ ਜ਼ਿਆਦਾ ਐਕਟੀਵਿਟੀ ਨਾ ਹੋਣ ਦੀ ਵਜ੍ਹਾ ਨਾਲ ਬੋਨਸ ਦੇ ਉੱਤੇ ਜਦੋਂ ਵੇਟ ਨਹੀਂ ਆਉਂਦਾ, ਜਦੋਂ ਆਪਣੇ ਪੈਰਾਂ ਦੇ ਉੱਤੇ ਵੇਟ ਨਹੀਂ ਲੈਂਦੇ, ਉਦੋਂ ਜੋ ਬਜ਼ੁਰਗ ਆ ਉਹਨਾਂ ਦਾ ਵਿਟਾਮਿਨ ਡੀ ਲੈਵਲ, ਕੈਲਸ਼ੀਅਮ ਲੈਵਲ ਡਰੋਪ ਡਾਊਨ ਕਰਦਾ ਹੈ। ਉਹਨਾਂ ਦੇ ਬੋਨਸ ਵੀਕ ਹੁੰਦੇ ਆ, ਪੋਰਸ ਹੋ ਜਾਂਦੇ ਆ। ਆਈ ਮੀਨ ਟੂ ਸੇ ਦ ਬੋਨਸ ਮੇ ਗੈਟ ਈਜ਼ੀਲੀ ਫ੍ਰੈਕਚਰਡ। ਥੋੜ੍ਹਾ ਜਿਹਾ ਵੀ ਡਿੱਗਣਗੇ, ਗਿਆ ਫ੍ਰੈਕਚਰ ਆਫ ਦ ਨੈਕ ਆਫ ਦ ਫੀਮਰ, ਜਿਹਨੂੰ ਤੁਸੀਂ ਕਹਿੰਦੇ ਚੂਲਾ ਟੁੱਟ ਗਿਆ, ਇਹ ਹੋ ਗਿਆ, ਉਹ ਹੋ ਗਿਆ। ਇਹ ਕਿਉਂ ਹੁੰਦਾ? ਲੈਕ ਆਫ ਫਿਜ਼ੀਕਲ ਐਕਟੀਵਿਟੀ ਦੀ ਵਜ੍ਹਾ ਨਾਲ। ਜ਼ਿਆਦਾਤਰ ਕਦੋਂ ਹੁੰਦਾ? ਵਾਸ਼ਰੂਮ ਦੇ ਵਿੱਚ। ਜਦੋਂ ਵਾਸ਼ਰੂਮ ਦੇ ਵਿੱਚ ਬਜ਼ੁਰਗ ਆਪਣੇ ਕੱਪੜੇ ਚੇਂਜ ਕਰਦੇ ਆ, ਇੱਕ ਲੱਤ ਚੱਕ ਕੇ ਜਦੋਂ ਟਰਾਊਜ਼ਰ ਪਾਉਂਦੇ ਆ, ਕੁਛ ਵੀ ਪਾਉਂਦੇ ਆ, ਉਦੋਂ ਜ਼ਿਆਦਾਤਰ ਕੇਸਿਸ, ਇਹ ਰਿਸਰਚ ਹੋਈ ਹੈ, ਮੈਂ ਤੁਹਾਨੂੰ ਇੱਦਾਂ ਨਹੀਂ ਦੱਸਣ ਦਿਆਂ, ਕਿ ਪੇਸ਼ੈਂਟ ਉਦੋਂ ਡਿੱਗਦਾ
ਇਹਨੂੰ ਅਵੋਇਡ ਕਰਨ ਲਈ ਅਸੀਂ ਕੀ ਕਰ ਸਕਦੇ ਹਾਂ? ਨੋਨ ਸਲਿਪਰੀ ਟਾਈਲਸ ਲਵਾ ਸਕਦੇ ਹਾਂ, ਜਾਂ ਪੇਸ਼ੈਂਟ ਨੂੰ ਕਹਿ ਸਕਦੇ ਹਾਂ ਕਿ ਤੁਸੀਂ ਵਾਸ਼ਰੂਮ ਤੋਂ ਬਾਹਰ ਆ ਕੇ ਜਿਹੜਾ ਆਪਣੇ ਕਲੋਥ ਚੇਂਜ ਕਰੋ, ਜਾਂ ਇੱਕ ਮੈਟ ਲਗਾ ਸਕਦੇ ਹਾਂ ਫਲੋਰਿੰਗ ਦੇ ਉੱਤੇ ਵਾਸ਼ਰੂਮ 'ਚ, ਤਾਂ ਕਿ ਸਲਿਪਰੀ ਜਿਹੜੇ ਇੰਸੀਡੈਂਟਸ ਆ ਉਹ ਘੱਟ ਹੋਣ। ਇੱਕ ਹੋਰ ਰਿਸਰਚ ਬਾਰੇ ਮੈਂ ਤੁਹਾਡੇ ਨਾਲ ਗੱਲ ਕਰਾਂਗਾ। ਪ੍ਰੈਵਲੈਂਸ ਆਫ ਡਿਪਰੈਸ਼ਨ ਅਮੰਗ ਦੀ ਐਲਡਰਲੀ 60 years ਐਂਡ ਅਬਵ ਦੇ ਵਿੱਚ ਉਹਨਾਂ ਦੇ ਲੋਕਾਂ ਦੇ ਵਿੱਚ ਰਿਸਰਚ ਕੀਤੀ ਹੈ। ਜਿਹੜੀ ਰਿਸਰਚ ਕੀਤੀ ਹੈ ਉਹ ਨੇਮ ਹੈਗਾ ਜਿਹਨੇ ਕੀਤੀ ਹੈ ਮੰਜੂ ਪਿਲਾਨਾ ਐਂਡ ਵਿਕਾਸ ਯਾਦਵ, ਇੰਡੀਅਨ ਰਿਸਰਚ ਹੈ। ਇਹਨਾਂ ਦਾ ਰਿਜ਼ਲਟ ਕੀ ਰਿਹਾ ਕਿ ਡਿਪਰੈਸ਼ਨ ਕਿੰਨੇ ਹੱਦ ਤੱਕ ਹੁੰਦਾ ਬਜ਼ੁਰਗਾਂ ਦੇ ਵਿੱਚ। ਇਹਦਾ ਰਿਜ਼ਲਟ ਇਹ ਆਇਆ, ਦੇ ਰਿਜ਼ਲਟਸ ਵਰ ਦੈਟ in India prevalence of depression among elderly population was 34.4%, that is more than any other country। ਇੱਦਾਂ ਕਿਉਂ ਹੈ? ਇੰਡੀਆ ਦੇ ਵਿੱਚ ਤਾਂ ਆਪਾਂ ਬਜ਼ੁਰਗਾਂ ਦੀ ਸੇਵਾ ਵੀ ਬਹੁਤ ਕਰਦੇ ਹਾਂ, ਪਲਕਾਂ 'ਤੇ ਬਿਠਾ ਕੇ ਰੱਖਦੇ ਹਾਂ। ਮੈਂ ਕਹਿਣਾ ਚਾਹੁੰਦਾ ਕਿ ਜਿਹੜਾ ਸੇਵਾ ਕਰਨ ਦਾ ਆਪਣਾ ਢੰਗ ਆ ਉਹ ਥੋੜ੍ਹਾ ਜਿਹਾ ਅਲੱਗ ਕਰਨਾ ਚਾਹੀਦਾ ਆ। ਬਜ਼ੁਰਗਾਂ ਨੂੰ ਜੇ ਆਪਾਂ ਹਿੱਲਣ ਹੀ ਨਾ ਦੇਵਾਂਗੇ, ਜੇ ਆਪਾਂ ਚੁੱਕ ਕੇ ਰੱਖਾਂਗੇ ਆਪਣੇ ਹੱਥਾਂ 'ਤੇ ਕਿ ਨਹੀਂ ਜੀ ਤੁਸੀਂ ਡਿੱਗ ਜਾਣਾ, ਤੁਸੀਂ ਮੇਰੇ ਨਾਲ ਆਓ, ਇੱਥੇ ਬੈਠੋ, ਨਹੀਂ। ਲੈਟ them do some physical activity। ਹੋਰ ਨਹੀਂ ਤਾਂ ਕੁਛ ਫਿਜ਼ੀਕਲ ਐਕਟੀਵਿਟੀ ਕਰਨ ਲਈ ਸਕੂਲ PT ਕਰਵਾ ਲਿਆ ਕਰੋ, ਲਾਈਕ ਦਿਸ ਜਿਹੜੀ ਕਰਦੇ ਇੱਦਾਂ ਥੋੜ੍ਹੀ ਬਹੁਤ ਇੱਦਾਂ ਫਿਜ਼ੀਓਲੋਜੀਕਲ ਮੂਵਮੈਂਟਸ। ਦਿਸ ਇਜ਼ ਨੈਸੈਸਰੀ, ਕਿਉਂਕਿ ਲੈਕ ਆਫ ਐਕਸਰਸਾਈਜ਼ ਦੀ ਵਜ੍ਹਾ ਨਾਲ ਡੋਪਾਮਾਈਨ ਲੈਵਲ ਜਿਹੜਾ ਲੋ ਜਾਊਗਾ, ਪੇਸ਼ੈਂਟ ਨੂੰ ਡਿਪਰੈਸ਼ਨ ਹੋਊਗਾ। ਉਹਦੇ ਬਾਅਦ ਜਿਹੜੀ ਕੰਪਲੀਕੇਸ਼ਨ ਆ ਉਹ ਇਹ ਪੇਸ਼ੈਂਟ ਲੋਨਲੀ ਫੀਲ ਕਰੂਗਾ, ਹਾਂਜੀ, ਮੈਂਟਲ ਅਟੈਕਸ ਹੋਣਗੇ ਉਹਨੂੰ, ਐਂਡ ਉਹਦੇ ਜਿਹੜੇ ਮਸਲ ਆ, ਜਿਹੜੇ ਬੋਨ ਆ, ਉਹ ਹੋਰ ਵੀਕ ਹੋਊਗੇ। ਜੇ ਥੋੜ੍ਹੀ ਜਿਹੀ ਵੀ ਇੰਜਰੀ ਹੋਈ, ਇਟ ਵਿਲ ਲੀਡ ਟੂ ਦ ਗ੍ਰੇਟ ਡਿਸਟਰਕਸ਼ਨ। ਆਲਰਾਈਟ, ਸੋ ਇਹਦੇ ਲਈ ਐਕਸਰਸਾਈਜ਼ ਜਿਹੜੀ ਆ ਉਹ ਤੁਹਾਨੂੰ ਦੱਸਾਂਗੇ, ਠੀਕ ਹੈ ਜੀ, ਬਣੇ ਰਹੋ ਸਾਡੇ ਨਾਲ। ਆਲਰਾਈਟ, ਸੋ ਲੈਟਸ ਬਿਗਿਨ ਵਿਦ ਦੀ ਐਕਸਰਸਾਈਜ਼। ਸਿੰਪਲ ਐਕਸਰਸਾਈਜ਼ ਹੈ ਜਿਹੜੀ ਤੁਸੀਂ ਆਪਣੇ ਸਕੂਲ ਟਾਈਮ ਤੋਂ ਕਰਦੇ ਆਏ ਆ। 1 2 3 and 4, 1 2 3 and 4। ਡੂ ਦਿਸ ਐਟ ਲੀਸਟ 10 times, 10 ਵਾਰ ਕਰਨ ਨੂੰ ਕਹਿਣਾ ਆਪਾਂ ਬਜ਼ੁਰਗਾਂ ਨੂੰ। then this, okay, then this one, ਠੀਕ ਹੈ ਜੀ। ਲੈਗਸ ਦੀ ਐਕਸਰਸਾਈਜ਼ ਵੀ ਮੈਂ ਤੁਹਾਨੂੰ ਦੱਸ ਦੇਣਾ, ਇਹ ਤੁਸੀਂ ਲੇਟ ਕੇ ਵੀ ਕਰ ਸਕਦੇ ਹੋ, ਸਿੱਧੇ ਲੇਟ ਕੇ, ਬਹਿ ਕੇ ਵੀ ਕਰ ਸਕਦੇ ਹੋ, ਠੀਕ ਹੈ ਜੀ। ਫਸਟ ਐਕਸਰਸਾਈਜ਼ ਆਹ ਤੁਹਾਨੂੰ ਖੜੇ ਹੋ ਕੇ ਕਰਨੀ ਪੈਣੀ ਹੈ। 1 2 3 4 5 6 7 8 9 10। ਆਹ ਐਕਸਰਸਾਈਜ਼ ਨਾਲ ਜਿਹੜਾ ਆ ਉਹ ਬੈਲੈਂਸ ਦੇ ਉੱਤੇ ਵੀ ਕੰਮ ਕਰੋਗੇ। ਆਲਰਾਈਟ ਜੀ, ਦਿਸ ਇਜ਼ ਆਲਸੋ ਗੁੱਡ ਫॉर योर बैलेंस। then same to the opposite side, 1 2 3 4 5 6 7 8 9 10। after this one, 1 2 3 4 5 6 7 8 9 10। then same, 1 2 3 4 5 6 7 8 9 10। then you can do this। weight shift ਕਰ ਸਕਦੇ हैं, ਸਕੁਐਟਸ ਵੀ ਕਰ ਸਕਦੇ ਹਾਂ ਕਾਊਚ ਦੇ ਉੱਤੇ ਜਾਂ ਬੈੱਡ ਦੇ ਉੱਤੇ। ਇਸ ਟਾਈਮ ਕਿਉਂਕਿ ਲੋਕਡਾਊਨ ਹੈ ਤੁਹਾਨੂੰ ਘਰ 'ਚ ਹੀ ਕਰਨੀ ਪੈਣੀ ਹੈ। ਅਦਰਵਾਈਜ਼ ਫਿਜ਼ੀਓ ਕਲੀਨਿਕ ਦੇ ਵਿੱਚ ਜੀਰੀਐਟ੍ਰਿਕ ਵਾਰਡਸ ਹੈਗੇ ਆ, ਤੁਸੀਂ ਉੱਥੇ ਵਿਜ਼ਿਟ ਕਰ ਸਕਦੇ ਹੋ। ਰੈਗੂਲਰ ਬੇਸ 'ਤੇ ਤੁਹਾਨੂੰ ਐਕਸਰਸਾਈਜ਼ ਕਰਾਈ ਜਾਊਗੀ। ਆਲਰਾਈਟ, 1। ਕਿੰਨਾ ਕੁ ਮੁਸ਼ਕਿਲ ਹੈ ਐਕਸਰਸਾਈਜ਼? ਸਿੰਪਲ, ਬੱਚਾ ਵੀ ਕਰ ਸਕਦਾ, ਠੀਕ ਹੈ ਜੀ। ਆਪਣੀ ਥੋੜ੍ਹੀ ਕੋਆਰਡੀਨੇਸ਼ਨ ਲਈ ਇੰਡੈਕਸ ਫਿੰਗਰ ਲੈਣੇ ਆ, ਦੋਨੋਂ ਫਿੰਗਰਸ, ਉਹਨੂੰ ਮਿਲਾਉਣ ਦੀ ਕੋਸ਼ਿਸ਼ ਕਰਨੀ ਹੈ ਨੋਜ਼ ਦੇ ਉੱਤੇ, ਠੀਕ ਹੈ ਜੀ। ਤਾਂ ਇੱਦਾਂ ਖੜੇ ਹੋਣ ਦੀ ਕੋਸ਼ਿਸ਼ ਵੀ ਤੁਸੀਂ ਕਰ ਸਕਦੇ ਹੋ, ਇੱਦਾਂ ਪਹਿਲਾਂ ਹੀ ਦੱਸਿਆ ਤੁਹਾਨੂੰ, ਠੀਕ ਹੈ ਜੀ। ਆਲਰਾਈਟ ਜੀ, ਇਹ ਸੀਗੀਆਂ ਕੁਛ ਐਕਸਰਸਾਈਜ਼ ਜਿਹੜੀ ਆਪਾਂ ਘਰ ਬਜ਼ੁਰਗਾਂ ਨੂੰ ਕਰਾ ਸਕਦੇ ਹਾਂ। ਬਿਕੋਜ਼ ਆਫ ਲੋਕਡਾਊਨ ਦੇ ਕਾਂਟ ਵਿਜ਼ਿਟ ਟੂ ਦ ਫਿਜ਼ੀਓਥੈਰੇਪੀ ਕਲੀਨਿਕਸ, ਬਟ ਘਰ ਦੇ ਵਿੱਚ ਰਹਿੰਦੇ ਹੋਏ ਤੁਸੀਂ ਆਹ ਛੋਟੀ ਮੋਟੀ ਐਕਸਰਸਾਈਜ਼ ਕਰਵਾਉਂਦੇ ਰਹੋ। ਹੋਰ ਵੀ ਵੀਡੀਓਜ਼ ਅਸੀਂ ਅਪਲੋਡ ਕਰਾਂਗੇ ਜੀਰੀਐਟ੍ਰਿਕ ਪੋਪੂਲੇਸ਼ਨ ਬਾਰੇ ਖਾਸ ਕਰ। ਅੱਜ ਸਿਰਫ ਇੰਨੀ ਐਕਸਰਸਾਈਜ਼ ਸੀ, ਠੀਕ ਹੈ ਜੀ। ਇੱਕ ਵੱਖਰੀ ਵੀਡੀਓ ਆਪਾਂ ਬਣਾਵਾਂਗੇ। ਆਲਰਾਈਟ ਜੀ, ਧਿਆਨ ਰੱਖਿਓ ਆਪਣੇ ਬਜ਼ੁਰਗਾਂ ਦਾ, ਆਪਣਾ, ਠੀਕ ਹੈ ਜੀ। ਮੇ ਗੋਡ ਬਲੈਸ ਯੂ ਐਵਰੀਬਡੀ, ਟੇਕ ਕੇਅਰ।